ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਸਭ ਨੂੰ ਮੇਰੇ ਵੱਲੋਂ ਮਸੀਹ ਵਿੱਚ ਪਿਆਰ ਭਰੀ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਦਾ ਸ਼ੁਕਰ ਕਰਦਾ ਕਿ ਜਿਨੇ ਹੁਣ ਤੱਕ ਸੰਭਾਲ ਕੇ ਰੱਖਿਆ ਔਰ ਆਪਣੀ ਜੂਰੀ ਵਿੱਚ ਲੈ ਕੇ ਆਂਦਾ। ਅੱਜ ਦਾ ਜੋ ਵੀ ਅਸੀਂ ਕਲਾਮ ਸਿੱਖਣ ਲਈ ਜਾ ਰਹੇ ਹਾਂ, ਮੈਂ ਅੱਜ ਪ੍ਰਾਰਥਨਾ ਕਰਿਆ ਸੀ ਕਿ ਪ੍ਰਭੂ ਮੈਨੂੰ ਆਪਣੀ ਆਤਮਾ ਦੇ ਦੁਆਰਾ ਵਚਨ ਦੇ, ਤਾਂ ਜੋ ਮੈਂ ਤੇਰੇ ਲੋਕਾਂ ਨੂੰ ਤੇਰੀ ਆਤਮਾ ਦੁਆਰਾ ਤੇਰੇ ਵਚਨ ਨੂੰ ਉਹਨਾਂ ਤੱਕ ਪਹੁੰਚਾ ਸਕਾਂ। ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਪਰਮੇਸ਼ਰ ਦਾ ਕਲਾਮ ਜਿਹੜਾ ਵਾ ਉਹ ਸਾਡੇ ਜੀਵਨ ਦੀ ਕੀ ਆ? ਰੋਟੀ ਆ। ਇਹ ਸਾਡੀ ਆਤਮਾ ਦੀ ਖੁਰਾਕ ਆ। ਜੇ ਅਸੀਂ ਆਤਮਾ ਦੀ ਖੁਰਾਕ ਨਹੀਂ ਲੈਂਦੇ ਤੇ ਸਾਡਾ ਆਤਮਾ ਕਮਜ਼ੋਰ ਪੈ ਜਾਂਦਾ, ਫਿਰ ਸਾਡੀ ਆਤਮਾ ਜਿਹੜੀ ਸ਼ਕਤੀਸ਼ਾਲੀ ਨਹੀਂ ਰਹਿੰਦੀ। ਤੁਸੀਂ ਦੇਖਿਆ ਕਈ ਲੋਕਾਂ ਨੂੰ ਤੁਸੀਂ ਦੇਖੋਗੇ ਕਿ ਛੋਟੀਆਂ ਛੋਟੀਆਂ ਸ਼ੈਤਾਨੀ ਸ਼ਕਤੀਆਂ ਕੀ ਕਰ ਦਿੰਦੀਆਂ? ਉਹਨਾਂ ਨੂੰ ਗਿਰਾ ਦਿੰਦੀਆਂ। ਕਿਉਂ ਗਿਰਾ ਦਿੰਦੀਆਂ? ਕਿਉਂਕਿ ਉਹਨਾਂ ਦਾ ਆਤਮਿਕ ਜਿਹੜਾ ਜੀਵਨ ਆ ਉਹ ਬਹੁਤ ਹੀ ਕਮਜ਼ੋਰ ਹੁੰਦਾ। ਕਿਉਂਕਿ ਨਾ ਤੇ ਉਹਨਾਂ ਦੀ ਪ੍ਰੇਅਰ ਲਾਈਫ ਹੁੰਦੀ ਆ, ਨਾ ਕਦੀ ਵਰਤ ਰੱਖ ਕੇ ਪ੍ਰਾਰਥਨਾ ਕਰਦੇ ਆ, ਤੇ ਨਾ ਹੀ ਕਦੀ ਉਹ ਵਚਨ ਤੇ ਧਿਆਨ ਦਿੰਦੇ ਆ। ਉਹ ਆਪਣਾ ਸਮਾਂ ਟੀਵੀ 'ਚ ਦੁਨਿਆਵੀ ਗੱਲਾਂ ਦੇ ਵਿੱਚ ਬਤੀਤ ਕਰਦੇ ਰਹਿੰਦੇ ਆ, ਪਰ ਉਹ ਵਚਨ ਨੂੰ ਨਹੀਂ ਪੜ੍ਹਦੇ। ਜਿਹੜਾ ਬੰਦਾ ਵਚਨ ਨਹੀਂ ਪੜ੍ਹਦਾ, ਵਚਨ ਸੁਣਦਾ ਨਹੀਂ ਆ, ਵਚਨ ਦੇ ਅਨੁਸਾਰ ਨਹੀਂ ਚੱਲਦਾ, ਉਹ ਬੰਦਾ ਕਦੀ ਵੀ ਸ਼ੈਤਾਨ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਆਤਮਾ ਦੀ ਖੁਰਾਕ ਲੈਣ ਦੀ ਸਾਨੂੰ ਜ਼ਰੂਰਤ ਆ। ਸਾਨੂੰ ਹਰ ਦਿਨ ਹੀ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੀ ਜ਼ਰੂਰਤ ਆ। ਕੋਈ ਵੀ ਦਿਨ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿੱਦਾਂ ਤੁਸੀਂ ਪ੍ਰਭੂ ਦੀ ਕੋਈ ਗੱਲ ਸਿੱਖੋ ਨਾ, ਕਿਉਂਕਿ ਜਿਵੇਂ ਤੁਸੀਂ ਸਿੱਖਦੇ ਆ ਤਿਵੇਂ ਤੁਸੀਂ ਸਟੈਪ ਬਾਈ ਸਟੈਪ ਕੀ ਕਰਦੇ ਆ? ਪਰਮੇਸ਼ਰ ਵਿੱਚ ਵਧਦੇ ਜਾਂਦੇ ਆ। ਹਾਲੇਲੂਇਆ। ਅੱਜ ਦਾ ਅਸੀਂ ਜੋ ਵਚਨ ਸਿੱਖਣਾ ਵਾ, ਇਹ ਸਾਡਾ ਜੋ ਪ੍ਰਭੂ ਨੇ ਸਾਨੂੰ ਵਚਨ ਦਿੱਤਾ, ਇਸ ਵਚਨ ਦਾ ਮੇਨ ਹੈਗਾ ਵਿਸ਼ਾ ਜਿਹੜਾ ਕਿ ਸਾਡਾ ਸਰੀਰ ਕੀ ਆ? ਪਰਮੇਸ਼ਰ ਦਾ ਮੰਦਰ ਆ। ਸਾਡਾ ਸਰੀਰ ਪਰਮੇਸ਼ਰ ਦਾ ਘਰ ਵਾ, ਔਰ ਇੱਕ ਦਿਨ ਅਸੀਂ ਇਸ ਘਰ ਨੂੰ, ਇਸ ਤੰਬੂ ਨੂੰ ਛੱਡ ਕੇ ਜਾਣਾ ਵਾ, ਤੇ ਸਾਨੂੰ ਸਵਰਗ ਵਿੱਚ ਇੱਕ ਘਰ ਮਿਲਣਾ ਵਾ ਜਿਹਦੇ ਲਈ ਅਸੀਂ ਕੋਈ ਮਿਹਨਤ ਵੀ ਨਹੀਂ ਕੀਤੀ। ਹਾਲੇਲੂਇਆ। ਯਹੂਨਾ ਦੀ ਇੰਜੀਲ 16 ਅਧਿਆਏ ਵਿੱਚ 14 ਅਧਿਆਏ ਜਦੋਂ ਦਾ ਇੱਕ ਵਚਨ ਪੜ੍ਹਦੇ ਆ ਤਾਂ ਉਹ ਜਗ੍ਹਾ ਤੇ ਲਿਖਿਆ ਕਿ ਤੁਹਾਡਾ ਦਿਲ ਨਾ ਘਬਰਾਵੇ। ਹਾਲੇਲੂਇਆ। ਪਰਮੇਸ਼ਰ ਕੀ ਕਹਿੰਦਾ ਹੁੰਦਾ? ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਮੇਰੇ ਤੇ ਨਿਸ਼ਚਾ ਕਰੋ, ਮੇਰੇ ਪਿਤਾ ਤੇ ਵੀ ਵਿਸ਼ਵਾਸ ਕਰੋ ਕਿ ਇੱਕ ਦਿਨ ਜਿੱਥੇ ਮੈਂ ਹੋਵਾਂਗਾ ਤੁਸੀਂ ਵੀ ਮੇਰੇ ਨਾਲ ਹੋ। ਮੈਂ ਜਾਨਾ ਤੌਰ ਤੁਹਾਡੇ ਲਈ ਜਾ ਕੇ ਜਗ੍ਹਾ ਤਿਆਰ ਕਰਦਾ ਹਾਂ। ਹਾਲੇਲੂਇਆ। ਪਰ ਮੈਂ ਅੱਜ ਤੁਹਾਨੂੰ ਪਹਿਲਾਂ ਸਭ ਤੋਂ ਗੱਲ ਪਹਿਲੀ ਜਿਹੜੀ ਸਿਖਾਉਣ ਲਈ ਜਾ ਰਿਹਾ ਕਿ ਸਾਡਾ ਜਿਹੜਾ ਧਿਆਨ ਵਾ ਸੰਸਾਰਿਕ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਵੱਲ ਵਾ। ਅਸੀਂ ਚਾਹੁੰਦੇ ਕਿ ਅਸੀਂ ਇਹ ਵੀ ਜਗ੍ਹਾ ਲੈ ਲਈਏ, ਇਹ ਘਰ ਲੈ ਲਈਏ, ਇਹ ਜ਼ਮੀਨ ਖਰੀਦ ਲਈਏ, ਇਹ ਪਲਾਟ ਖਰੀਦ ਲਈਏ, ਪਰ ਅਸਲੀ ਪ੍ਰਾਪਰਟੀ, ਅਸਲੀ ਪਲਾਟ, ਅਸਲੀ ਜਾਇਦਾਦ ਜਿਹੜੀ ਆ ਉਹ ਸਾਡਾ ਸਰੀਰ ਵਾ। ਹਾਲੇਲੂਇਆ। ਤੇ ਸੋਚੋ ਜੇ ਸਾਡੇ ਕੋਲ 500 ਕਿੱਲਾ ਜ਼ਮੀਨ ਵੀ ਆ, ਤੇ ਜੇ ਸਾਡਾ ਸਰੀਰ ਹੀ ਤੰਦਰੁਸਤ ਨਹੀਂ ਆ ਤੇ ਸਾਨੂੰ 500 ਕਿੱਲੇ ਦਾ ਵੀ ਕੋਈ ਸੁੱਖ ਨਹੀਂ। ਸਭ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਵੱਲ, ਆਪਣੇ ਪ੍ਰਾਣ ਵੱਲ ਔਰ ਆਪਣੀ ਆਤਮਾ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਸਰੀਰ ਵੱਲ ਕਿਉਂ ਅਸੀਂ ਧਿਆਨ ਦੇਣਾ? ਕਿਉਂਕਿ ਸਰੀਰ ਪਰਮੇਸ਼ਰ ਦਾ ਮੰਦਰ ਆ। ਬਾਈਬਲ 'ਚ ਲਿਖਿਆ ਕਿ ਜਿਹੜਾ ਮੇਰੇ ਮੰਦਰ ਦਾ ਨੁਕਸਾਨ ਕਰਦਾ ਵਾ, ਮੈਂ ਉਹਦਾ ਨਾਸ਼ ਕਰਦਾ ਵਾਂ। ਕਈ ਲੋਕੀ ਨਸ਼ਿਆਂ ਦੇ ਦੁਆਰਾ ਕੀ ਕਰ ਰਹੇ ਆ? ਪਰਮੇਸ਼ਰ ਦੇ ਮੰਦਰ ਨੂੰ ਖਰਾਬ ਕਰ ਰਹੇ ਆ। ਬਿਮਾਰੀਆਂ ਕੀ ਕਰਦੀਆਂ ਵਾ? ਪਰਮੇਸ਼ਰ ਦੇ ਮੰਦਰ ਨੂੰ ਨੁਕਸਾਨ ਕਰਦੀਆਂ। ਕਈ ਲੋਕੀ ਆਪਣੀ ਸਿਹਤ ਵੱਲ ਧਿਆਨ ਨਹੀਂ ਦੇਣਗੇ, ਉਹ ਚੀਜ਼ਾਂ ਖਾਣਗੇ ਜਿਹੜੀਆਂ ਉਹਨਾਂ ਦੇ ਸਰੀਰ ਦੇ ਲਈ ਹਾਨੀਕਾਰਕ ਨੇ। ਜ਼ਿਆਦਾਤਰ ਕਈ ਲੋਕੀ ਬਹੁਤੀਆਂ ਜ਼ਿਆਦਾਤਰ ਰਾਤ ਦਿਨ ਤਲੀਆਂ ਚੀਜ਼ਾਂ ਖਾਂਦੇ ਰਹਿੰਦੇ, ਤਲੀਆਂ ਖਾਂਦੇ ਰਹਿੰਦੇ ਆ, ਤੇ ਉਹਨਾਂ ਦੇ ਵਿੱਚ ਲੀਵਰ ਦੇ ਵਿੱਚ, ਬੋਡੀ ਦੇ ਕਈ ਪਾਰਟ ਇਹੋ ਜਿਹੇ ਆ ਜਿਹੜੇ ਬੜੇ ਨਾਜ਼ੁਕ ਨੇ। ਉਹ ਲਗਾਤਾਰ ਗਲਤ ਚੀਜ਼ਾਂ ਖਾਣ ਨਾਲ ਉਹਨਾਂ ਦੀ ਬੋਡੀ 'ਚ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ। ਹੋਰ ਸਭ ਤੋਂ ਜ਼ਿਆਦਾ ਸ਼ੈਤਾਨ ਵੀ ਕੀ ਕਰਦਾ ਵਾ? ਉਹ ਸਾਡੇ ਸਰੀਰ ਤੇ ਪ੍ਰਾਣ ਤੇ ਆਤਮਾ ਦੇ ਖਿਲਾਫ ਕੀ ਕਰਦਾ ਵਾ? ਆਪਣਾ ਕੰਮ ਕਰਦਾ। ਸ਼ੈਤਾਨ ਜਿਹੜਾ ਚਾਹੁੰਦਾ ਕਿ ਇਹ ਸਰੀਰ ਜਿਹੜਾ ਵਾ, ਇਹ ਜਿਹੜਾ ਪਰਮੇਸ਼ਰ ਦਾ ਮੰਦਰ ਹੈ, ਇਹਨੂੰ ਮੈਂ ਕੀ ਕਰਾਂ? ਗਿਰਾ ਦਾਂ, ਮੈਨੂੰ ਨਾਸ਼ ਕਰਾਂ। ਯਹੂਨਾ 10:10 'ਚ ਲਿਖਿਆ ਨਾ, ਚੋਰ ਨਹੀਂ ਆਉਂਦਾ ਚਰਾਵੇ ਵੱਡੇ ਤੇ ਨਾਸ਼ ਕਰੇ। ਸਭ ਤੋਂ ਪਹਿਲਾਂ ਸਾਨੂੰ ਇਹਨਾਂ 3 ਚੀਜ਼ਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਸਾਡੇ ਕੋਲ ਕੀ ਹੈ? ਸਭ ਤੋਂ ਪਹਿਲੀ ਗੱਲ ਸਰੀਰ ਆ, ਉਹਦੇ ਵਿੱਚ ਪ੍ਰਾਣ ਵਾ, ਔਰ ਤੀਸਰੀ ਚੀਜ਼ ਕੀ ਆ? ਆਤਮਾ।
ਹਾਲੇਲੂਇਆ। ਅਸੀਂ ਆਪਣੇ ਸਰੀਰ ਨੂੰ ਵੀ ਬਚਾ ਕੇ ਰੱਖਣਾ ਵਾ, ਆਪਣੇ ਪ੍ਰਾਣ ਨੂੰ ਵੀ ਬਚਾ ਕੇ ਰੱਖਣਾ ਤੇ ਆਪਣੀ ਆਤਮਾ ਨੂੰ ਵੀ ਬਚਾਉਣਾ ਵਾ। ਉਹ ਆਤਮਾ ਇੱਕ ਇਹੋ ਜਿਹੀ ਆਤਮਾ ਵਾ ਕਿ ਜਿਹੜੀ ਅਣਮੁੱਲ ਆ, ਜਿਹਦਾ ਕੋਈ ਮੁੱਲ ਦੇ ਸਕਦਾ ਨਹੀਂ। ਇੱਕ ਬੰਨੇ ਪੂਰਾ ਜਗਤ ਵਾ ਤੇ ਇੱਕ ਬੰਨੇ ਇੱਕ ਆਤਮਾ, ਇੰਨਾ ਉਸ ਆਤਮਾ ਰੂਹ ਦਾ ਕੀ ਆ? ਮੁੱਲ ਆ। ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਲਿਖਿਆ ਮਰਕਸ ਦੀ ਅੰਜੀਲ 5 ਦੇ ਵਿੱਚ ਤੁਸੀਂ ਬਹੁਤ ਵਾਰੀ ਵਚਨ ਸੁਣਿਆ ਕਿ ਇੱਕ ਬੰਨੇ ਸੂਰਾਂ ਦਾ ਪੂਰਾ ਕੀ ਸੀ? ਝੁੰਡ ਸੀ ਤੇ ਇੱਕ ਬੰਨੇ ਇੱਕ ਆਦਮੀ। ਪ੍ਰਭੂ ਨੇ ਉਹ ਦੁਸ਼ਟ ਆਤਮਾ ਨੂੰ ਸੂਰਾਂ ਵਿੱਚ ਜਾਣ ਦਿੱਤਾ, ਪਰ ਉਸ ਇੱਕ ਬੰਦੇ ਦੀ ਰੂਹ ਨੂੰ ਕੀ ਕੀਤਾ? ਬਚਾਇਆ। ਪ੍ਰਭੂ ਚਾਹੁੰਦਾ ਤੇ ਹੋਰ ਵੀ ਕਿਸੇ ਤਰੀਕਿਆਂ ਨਾਲ ਉਹਨਾਂ ਬਦਰੂਆਂ ਨੂੰ ਆਗਿਆ ਦਿੰਦਾ ਤਾਂ ਉਹਨਾਂ ਚਲੇ ਜਾਣਾ ਹੈ। ਇਸ ਤਰ੍ਹਾਂ ਪਰਮੇਸ਼ਰ ਨੇ ਉੱਥੇ ਕਿਉਂ ਹੋਣ ਦਿੱਤਾ? ਕਿ ਲੋਕ ਜਾਣਨ ਕਿ 2000 ਸੂਰਾਂ ਦੀ ਕੀਮਤ ਨਾਲੋਂ ਵੀ ਬੰਦੇ ਦੀ ਕੀਮਤ ਜ਼ਿਆਦਾ। ਹਾਲੇਲੂਇਆ, ਹਾਲੇਲੂਇਆ। ਅੱਜ ਦੇਖਿਆ, ਅੱਜ ਦੇ ਸਮੇਂ 'ਚ ਲੋਕੀ ਇਨਸਾਨ ਦੀ ਕਦਰ ਨਹੀਂ ਕਰਦੇ। ਅੱਜ ਦੇ ਸਮੇਂ 'ਚ ਹਸਪੀਟਲਾਂ 'ਚ ਜਾਓਗੇ ਤਾਂ ਬਹੁਤ ਵਾਰੀ ਨੈਟ ਦੇ ਉੱਤੇ ਅਸੀਂ ਦੇਖਦੇ, ਛੋਟੇ ਛੋਟੇ ਬੱਚਿਆਂ ਨੂੰ ਲੋਕੀ ਕੀ ਕਰ ਦਿੰਦੇ ਆ? ਕਤਲ ਕਰ ਦਿੰਦੇ ਆ, ਰੂੜੀਆਂ ਦੇ ਸੁੱਟ ਦਿੰਦੇ ਆ। ਲੋਕ ਪਰਮੇਸ਼ਰ ਦੀ ਜਿਹੜੀ ਬਰਕਤ ਆ, ਸੰਤਾਨ, ਉਹਦੀ ਇੱਜ਼ਤ ਨਹੀਂ ਕਰਦੇ। ਹਾਲੇਲੂਇਆ। ਪਰ ਸਭ ਤੋਂ ਜ਼ਰੂਰੀ ਹੈ ਸਾਨੂੰ ਆਪਣੇ ਸਰੀਰ, ਪ੍ਰਾਣ, ਆਤਮਾ ਤੇ ਧਿਆਨ ਦੇਣਾ। ਸਾਨੂੰ ਆਪਣੇ ਖਾਣ ਪੀਣ ਤੇ ਧਿਆਨ ਦੇਣਾ ਵੀ ਜ਼ਰੂਰੀ ਹੈ। ਸਾਨੂੰ ਪਰਮੇਸ਼ਰ ਦੇ ਵਚਨ ਤੇ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਖਾਣ ਪੀਣ ਬਾਰੇ ਵੀ ਸਿਖਾਉਂਦਾ, ਸਾਨੂੰ ਉੱਠਣ ਬੈਠਣ ਬਾਰੇ, ਚੱਲਣ ਬਾਰੇ ਵੀ ਸਿਖਾਉਂਦਾ, ਸਾਨੂੰ ਦੇਖਣ ਬਾਰੇ, ਬੋਲਣ ਬਾਰੇ, ਸੁਣਨ ਬਾਰੇ ਵੀ ਸਿਖਾਉਂਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਵਚਨ 'ਚ ਸਾਡੀ ਸਾਰੀ ਜ਼ਿੰਦਗੀ ਲਿਖੀ ਆ। ਇਹ ਸਾਡੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਰਾਸਤਾ ਵਾ ਕਿ ਜੇ ਇਹਦੇ ਉੱਤੇ ਚੱਲਾਂਗੇ ਤਾਂ ਅਸੀਂ ਕਦੀ ਵੀ ਠੋਕਰ ਨਹੀਂ ਖਾਵਾਂਗੇ, ਕਦੀ ਠੇਡਾ ਨਹੀਂ ਸਾਨੂੰ ਲੱਗੇਗਾ, ਅਸੀਂ ਕਦੀ ਵੀ ਨਾਸ ਨਹੀਂ ਹੋਵਾਂਗੇ। ਨਾਸ ਦਾ ਪੁੱਤਰ ਜਿਹੜਾ ਸਾਨੂੰ ਕਦੀ ਨਾਸ ਨਾ ਕਰ ਪਾਏਗਾ, ਕਿਉਂਕਿ ਪਰਮੇਸ਼ਰ ਆਪਣੀ ਆਤਮਾ ਦੁਆਰਾ ਕੀ ਕਰੇਗਾ? ਸਾਡੀ ਅਗਵਾਈ ਕਰੇਗਾ। ਹਾਲੇਲੂਇਆ, ਹਾਲੇਲੂਇਆ। ਸਾਨੂੰ ਆਪਣੇ ਸਰੀਰ ਤੇ ਵੀ ਧਿਆਨ ਦੇਣਾ। ਉਹ ਚੀਜ਼ਾਂ ਯੂਜ਼ ਨਾ ਕਰੋ ਜਿਹੜੀਆਂ ਤੁਹਾਡੇ ਸਰੀਰ ਨੂੰ ਨੁਕਸਾਨ ਕਰਦੀਆਂ। ਆਪਣੇ ਪ੍ਰਾਣ ਦਾ ਧਿਆਨ ਰੱਖੋ। ਉਹ ਚੀਜ਼ਾਂ ਨਾ ਵਰਤੋ ਜਿਹੜੀਆਂ ਤੁਹਾਡੇ ਪ੍ਰਾਣ ਤੇ ਸਰੀਰ ਨੂੰ ਨੁਕਸਾਨ ਕਰਦੀਆਂ। ਆਪਣੀ ਆਤਮਾ ਦਾ ਧਿਆਨ ਰੱਖੋ। ਤੁਹਾਨੂੰ ਪਤਾ ਆਤਮਾ ਕਿਹੜੀ ਚੀਜ਼ਾਂ ਤੋਂ ਬਰਬਾਦ ਹੁੰਦੀ ਆ? ਜਦੋਂ ਤੁਸੀਂ ਪਾਪ ਕਰਦੇ ਆ, ਕਿਉਂਕਿ ਬਾਈਬਲ 'ਚ ਲਿਖਿਆ ਪਾਪ ਦੀ ਮਜ਼ਦੂਰੀ ਕੀ ਆ? ਮੌਤ ਆ। ਜੇ ਤੁਸੀਂ ਝੂਠ ਬੋਲਦੇ ਆ, ਚੁਗਲੀ, ਨਿੰਦਿਆ, ਕਨਿੰਦਿਆ, ਹੰਕਾਰ, ਘਮੰਡ ਕਰਦੇ, ਹਰਾਮਕਾਰੀ ਕਰਦੇ ਆ, ਚੋਰੀਆਂ ਕਰਦੇ ਆ, ਚੜਾਵੇ ਖਾਂਦੇ ਆ, ਮੂਰਤੀ ਪੂਜਾ ਕਰਦੇ ਆ, ਇਹ ਆਤਮਾ ਦੇ ਖਿਲਾਫ ਆ ਕੰਮ। ਹਾਲੇਲੂਇਆ। ਇਸ ਕਰਕੇ ਤੁਸੀਂ ਆਪਣੀ ਆਤਮਾ ਤੇ ਵੀ ਧਿਆਨ ਦੇਣਾ। ਯਸਾਇਆ 66 ਦੇ ਵਿੱਚ ਲਿਖਿਆ, ਅਸਮਾਨ ਮੇਰਾ ਸਿੰਘਾਸਨ ਔਰ ਧਰਤੀ ਮੇਰੇ ਪੈਰ ਰੱਖਣ ਦੀ ਚੌਕੀ। ਹਾਲੇਲੂਇਆ। ਪਰਮੇਸ਼ਰ ਜਿਹੜਾ ਵਾ ਉਹ ਅਸਮਾਨ ਉਹਦਾ ਸਿੰਘਾਸਨ ਤੇ ਧਰਤੀ ਉਹਦੇ ਪੈਰ ਰੱਖਣ ਦੀ ਚੌਂਕੀ ਆ, ਤੇ ਮਨੁੱਖ ਦਾ ਦਿਲ ਕੀ ਆ? ਉਹਦਾ ਮੰਦਰ ਹੈ। ਹਾਲੇਲੂਇਆ। ਤਾਂ ਹੀ ਲਿਖਿਆ ਤੁਸੀਂ ਮੇਰੇ ਲਈ ਕਿਹੋ ਜਿਹਾ ਸਥਾਨ ਬਣਾਓਗੇ ਜਿਸ 'ਚ ਮੈਂ ਵਾਸ ਕਰਾਂ। ਵਚਨ 'ਚ ਲਿਖਿਆ ਮਨੁੱਖ ਦਾ ਦਿਲ ਹੀ ਕੀ ਆ? ਮੇਰਾ ਮੰਦਰ। ਤਾਂ ਹੀ ਪ੍ਰਭੂ ਨੇ ਕਿਹਾ ਕਿ ਮੈਂ ਤੇਰੇ ਦਿਲ ਦੇ ਉੱਤੇ ਕੀ ਕਰ ਰਿਹਾ ਵਾ? ਖਟਖਟਾ ਰਿਹਾ ਵਾ। ਜੇ ਤੂੰ ਦਿਲ ਦਾ ਦਰਵਾਜ਼ਾ ਖੋਲੇਗਾ ਤੇ ਮੈਂ ਤੇਰੇ ਅੰਦਰ ਆਵਾਂਗਾ ਔਰ ਤੇਰੇ ਨਾਲ ਬੈਠ ਕੇ ਪ੍ਰਸਾਦ ਵੀ ਸਕਾਂਗਾ। ਹਾਲੇਲੂਇਆ। ਪ੍ਰਭੂ ਸਾਡੇ ਦਿਲ ਵਿੱਚ ਰਹਿਣਾ ਚਾਹੁੰਦਾ। ਜੇ ਸਾਡੇ ਦਿਲ ਵਿੱਚ ਪਾਪ ਆ, ਜੇ ਸਾਡੀ ਬੋਡੀ 'ਚ ਪਾਪ ਆ, ਕਈ ਲੋਕਾਂ ਨੇ ਕੀ ਕਰਦੇ ਆ? ਬੀੜੀਆਂ ਦੇ ਨਾਲ ਆਪਣੇ ਦਿਲ ਹੀ ਕਾਲੇ ਕਰ ਛੱਡੇ ਆ, ਤੰਬਾਕੂ ਦੇ ਨਾਲ ਆਪਣੇ ਦੰਦ ਹੀ ਖਰਾਬ ਕਰ ਛੱਡੇ ਆ। ਆਪਣੇ ਇਹ ਨਸ਼ੇ ਵਾਲੀਆਂ ਚੀਜ਼ਾਂ ਉਹ ਨੇ ਜਿਨ੍ਹਾਂ ਤੋਂ ਪ੍ਰਭੂ ਨੇ ਮਨਾ ਕੀਤਾ। ਕਈ ਕੈਪਸੂਲ ਇਹੋ ਜਿਹੇ ਭੈੜੇ ਭੈੜੇ ਨਸ਼ੇ ਕਰਦੇ ਆ। ਇੱਕ ਭਾਈ ਮੇਰੇ ਕੋਲ ਪ੍ਰਾਰਥਨਾ ਕਰਵਾ ਰਿਹਾ ਅੱਜ ਦੇ ਸਮੇਂ 'ਚ, ਉਹਦੀ ESR ਜਿਹੜੀ ਸੀ 140 ਸੀ, ਔਰ ਇਹ ਇੱਕ ਟੀਵੀ ਦੀ ਸਮਝ ਲਓ ਬਿਮਾਰੀ ਦੀ ਸ਼ੁਰੂਆਤ ਦੀ। ਇੱਕ ਟੀਵੀ ਇਹਨੂੰ ਕਹਿ ਸਕਦੇ ਜਿਹੜੀ ਇੰਨੀ ESR ਜਿਹੜੀ ਵੱਧਦੀ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ, ਬਿਮਾਰ ਕਿੱਦਾਂ ਹੋ ਗਏ? ਤੇ ਉਹਦੀ ਪਤਨੀ ਨੇ ਦੱਸਿਆ ਕਿ ਇਹ ਬੰਦਾ ਕੈਪਸੂਲ, ਗੋਲੀਆਂ, ਜੋ ਵੀ ਨਸ਼ਾ ਮਿਲਦਾ ਇਹ ਕਰੀ ਜਾਂਦਾ ਹੈ। ਤੇ ਉਹ ਬੰਦਾ ਬਹੁਤ ਜਵਾਨ ਸੀ, ਸੋਹਣਾ ਸੀ, ਪਰ ਬਿਮਾਰੀਆਂ ਨੇ ਉਹਨੂੰ ਬਿਲਕੁਲ ਕੀ ਕਰ ਦਿੱਤਾ ਸੀ? ਖਤਮ ਕਰ ਦਿੱਤਾ। ਹੁਣ ਇਹੋ ਜਿਹਾ ਦਾ ਹਾਲਾਤ ਬਣ ਚੁੱਕਾ ਹੈ ਕਿ ਉੱਠ ਕੇ ਚੱਲਣਾ ਫਿਰਨਾ, ਖਾਣਾ ਪੀਣਾ ਵੀ ਮੁਸ਼ਕਲ ਹੈ। ਪਰ ਕਿੰਨੇ ਉਹਦੀ ਸਿਹਤ ਨੂੰ ਖਰਾਬ ਕੀਤਾ। ਉਹਨੇ ਖੁਦ ਬਖੁਦ ਆਪਣੇ ਸਰੀਰ ਨੂੰ ਕੀ ਕੀਤਾ? ਨਾਸ ਕੀਤਾ। ਜਦੋਂ ਬੰਦਾ ਖੁਦ ਆਪਣੇ ਆਪ ਨੂੰ ਨਾਸ ਕਰਦਾ ਤੇ ਪਰਮੇਸ਼ਰ ਵੀ ਉਹਦੇ ਵਿੱਚ ਕੁਝ ਕਰ ਸਕਦਾ ਨਹੀਂ। ਕਈ ਔਰਤਾਂ ਨੂੰ ਦੇਖੋਗੇ, ਭਾਈਆਂ ਨੂੰ ਦੇਖੋਗੇ ਕਿ ਹਰਾਮਕਾਰੀ 'ਚ, ਬੁਰੇ ਕੰਮਾਂ 'ਚ ਉਹਨਾਂ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ।
ਇੱਕ ਪਰਿਵਾਰ ਨੂੰ ਮਿਲਿਆ ਸੀ ਮੈਂ, ਉਹਨਾਂ ਦੇ ਸਾਰੇ ਤਕਰੀਬਨ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਸੀ ਜਿਹੜੇ ਉਹ ਕਲੀਅਰ ਨਹੀਂ ਪੂਰੀ ਤਰ੍ਹਾਂ ਕਰਦੇ, ਪਰ ਦੋਵਾਂ ਜੀਆਂ ਨੂੰ ਤੇ ਏਡਜ਼ ਜਿਹੜੀ ਪੱਕੀ ਸੀ। ਉਹਨਾਂ ਮੈਨੂੰ ਕਹਿੰਦੇ ਕਿ ਦੱਸਿਆ ਗਿਆ ਕਿ ਸਾਨੂੰ ਏਡਜ਼ ਦੀ ਪ੍ਰੋਬਲਮ ਹੈ। ਉਹ ਇਹ ਵੀ ਡਰਦੇ ਸੀ, ਅਜੇ ਤੱਕ ਉਹਨਾਂ ਟੈਸਟ ਨਹੀਂ ਕਰਵਾਏ ਕਿ ਸਾਡੇ ਬੱਚਿਆਂ ਨੂੰ ਵੀ ਅੱਗੇ ਇਹ ਪ੍ਰੋਬਲਮ ਨਾ ਹੋਏ। ਇਹ ਕਿਉਂ ਹੋਇਆ? ਕਿਉਂਕਿ ਜਦੋਂ ਸਾਡਾ ਸਿਸਟਮ ਠੀਕ ਨਹੀਂ ਹੈਗਾ, ਇਹ ਸਿਸਟਮ ਨਾ ਠੀਕ ਹੋਣ ਕਰਕੇ ਪਰਮੇਸ਼ਰ ਨੇ ਕਿਉਂ ਮਨਾ ਕੀਤਾ? ਪਰਮੇਸ਼ਰ ਨੇ ਮਨਾ ਇਸੇ ਲਈ ਕੀਤਾ ਵਾ ਕਿ ਇੱਕ ਔਰਤ ਆਪਣੇ ਪਤੀ ਤੋਂ ਇਲਾਵਾ ਕਿਸੇ ਨਾਲ ਨਜਾਇਜ਼ ਸੰਬੰਧ ਨਾ ਬਣਾਏ। ਔਰ ਵਚਨ 'ਚ ਇਹ ਵੀ ਲਿਖਿਆ ਕਿ ਇੱਕ ਪਤੀ ਆਪਣੀ ਪਤਨੀ ਤੋਂ ਇਲਾਵਾ ਨਜਾਇਜ਼ ਸੰਬੰਧ ਨਾ ਬਣਾਏ, ਕਿਉਂਕਿ ਜਦੋਂ ਨਜਾਇਜ਼ ਸੰਬੰਧ ਬਣਦੇ ਉਦੋਂ ਇਹੋ ਜਿਹੀਆਂ ਭੈੜੀਆਂ ਬਿਮਾਰੀਆਂ ਲੱਗਦੀਆਂ। ਬੇਸ਼ੱਕ ਉਸ ਭਾਈ ਨੇ ਦੱਸਿਆ ਕਿ ਉਹਦੇ ਭਰਾ ਨੂੰ ਏਡਜ਼ ਸੀ ਤੇ ਉਹਨੂੰ ਟੀਕਾ ਲਾਉਣ ਕਰਕੇ ਉਹਦੀ ਸੂਈ ਤੇ ਉਹੀ ਸਿਰਿੰਜ ਡਾਕਟਰ ਨੇ ਉਹਦੇ ਤੇ ਵਰਤਤੀ ਤੇ ਉਹ ਪ੍ਰੋਬਲਮ ਉਹਨੂੰ ਵੀ। ਬਾਕੀ ਪਰਮੇਸ਼ਰ ਜਾਣਦਾ ਕਿ ਉਹ ਇਸ ਗੱਲ ਬਾਰੇ ਕੀ ਉਹਦੀ ਸੱਚਾਈ ਹੈ, ਪਰ ਜਿਵੇਂ ਇਹਨੇ ਮੈਨੂੰ ਦੱਸਿਆ। ਹਾਲੇਲੂਇਆ। ਤੁਸੀਂ ਦੇਖੋ, ਕੋਈ ਵੀ ਬਿਮਾਰੀ ਜਿਹੜੀ ਆਉਂਦੀ ਹੈ ਬੰਦੇ ਨੂੰ ਕਦ ਲਈ ਲੱਗਦੀ ਆ? ਉਹ ਇਸੇ ਲਈ ਆਉਂਦੀ ਕਿ ਉਹਨੂੰ ਖਤਮ ਕਰ ਦੇ। ਸਾਡੀ ਇੱਕ ਗਲਤੀ ਜਿਹੜੀ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੀ, ਇੱਕ ਛੋਟੀ ਤੋਂ ਛੋਟੀ ਗਲਤੀ ਵੀ ਸਾਨੂੰ ਨਾਸ ਕਰ ਸਕਦੀ, ਬਰਬਾਦ ਕਰ ਸਕਦੀ। ਸਾਡੀ ਸੰਗਤੀ ਸਾਨੂੰ ਬਰਬਾਦ ਕਰ ਸਕਦੀ, ਨੁਕਸਾਨ ਕਰ ਸਕਦੀ। ਇਸ ਕਰਕੇ ਮੈਂ ਗੱਲਾਂ ਕਿਉਂ ਕਹਿ ਰਿਹਾ ਕਿ ਤੁਸੀਂ ਸਰੀਰ, ਪ੍ਰਾਣ ਤੇ ਆਤਮਾ ਤਿੰਨਾਂ ਚੀਜ਼ਾਂ ਨੂੰ ਜੋੜ ਕੇ ਇੱਕ ਘਰ ਬਣਿਆ। ਹਾਲੇਲੂਇਆ। ਜਿਵੇਂ ਵਚਨ 'ਚ ਲਿਖਿਆ ਕਿ ਜਦੋਂ ਅਸੀਂ ਦੂਸਰਾ ਕਰੰਥੀਆਂ 5 ਦੇ ਪੜ੍ਹਦੇ ਹਾਂ, ਉਹਦਾ ਇੱਕ ਵਚਨ 'ਚ ਲਿਖਿਆ, ਅਸੀਂ ਜਾਣਦੇ ਹਾਂ ਵੀ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਢਹਿ ਪਏ ਤਾਂ ਪਰਮੇਸ਼ਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿੱਚ ਬਣੇਗਾ। ਹਾਲੇਲੂਇਆ। ਜਿਹੜਾ ਸਾਡਾ ਇਹ ਘਰ, ਇਹਨੂੰ ਕਿਹੜਾ ਘਰ ਕਿਹਾ ਗਿਆ ਵਾ? ਤੰਬੂ ਵਰਗਾ ਘਰ। ਹਾਲੇਲੂਇਆ। ਤੁਸੀਂ ਦੇਖਿਆ ਤੰਬੂ ਦੀ ਬੁਨਿਆਦ ਕਿੰਨੀ ਕੁ ਹੁੰਦੀ ਆ? ਥੋੜਾ ਹਨੇਰੀ ਤੂਫਾਨ ਆਉਂਦਾ ਤੇ ਤੰਬੂ ਕੀ ਹੋ ਜਾਂਦਾ ਵਾ? ਹਾਲੇਲੂਇਆ। ਔਰ ਮੱਤੀ ਦੀ ਇੰਜੀਲ 7:24 'ਚ ਇਹੀ ਲਿਖਿਆ ਨਾ ਕਿ ਲਿਖਿਆ ਜਿਹੜਾ ਬੁੱਧਵਾਨ ਉਹਨੇ ਆਪਣਾ ਘਰ ਕਾਤੇ ਬਣਾਇਆ ਵਾ? ਚਟਾਨ ਤੇ ਮੂਰਖ ਨੇ ਕਾਤੇ ਬਣਾਇਆ? ਰੇਤ ਤੇ। ਲਿਖਿਆ ਜਿਹੜਾ ਘਰ ਬਣਿਆ ਵਾ ਰੇਤ ਦੇ ਉੱਤੇ, ਤੇ ਜਦੋਂ ਹਨੇਰੀ ਤੂਫਾਨ ਮੀਂਹ ਆ ਤੇ ਉਸ ਘਰ ਨੂੰ ਧੱਕਾ ਦਿੱਤਾ ਤੇ ਕੀ ਹੋ ਗਿਆ? ਘਰ ਢਹਿ ਗਿਆ ਤੇ ਉਸ ਘਰ ਦਾ ਸਤਿਆਨਾਸ਼ ਹੋ ਗਿਆ। ਹਾਲੇਲੂਇਆ। ਇਸੇ ਤਰ੍ਹਾਂ ਸਾਡਾ ਜੀਵਨ ਜਿਹੜਾ ਵਾ, ਸਾਡੀ ਜਿਹੜੀ ਜ਼ਿੰਦਗੀ ਆ, ਇਹ ਤਿੰਨ ਚੀਜ਼ਾਂ ਦੇ ਨਾਲ ਤਿਆਰ ਕੀਤੀ ਗਈ ਆ। ਜਿਵੇਂ ਸਾਡੇ ਕੋਲ ਇੱਕ ਸਰੀਰ ਜਿਹੜਾ ਪਰਮੇਸ਼ਰ ਨੇ ਆਪਣੇ ਹੱਥਾਂ ਨਾਲ ਬਣਾਇਆ, ਉਹਦੇ ਵਿੱਚ ਉਹਨੇ ਇੱਕ ਜਾਨ ਸਾਨੂੰ ਦਿੱਤੀ ਤੇ ਇੱਕ ਰੂਹ ਦਿੱਤੀ ਆ। ਹਾਲੇਲੂਇਆ। ਇਹ ਪ੍ਰਾਪਰਟੀ ਉਹ ਪ੍ਰਾਪਰਟੀ ਆ ਜਿਹੜੀ ਪ੍ਰਾਪਰਟੀ ਦੇ ਉੱਤੇ ਤੁਹਾਨੂੰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ। ਜੇ ਅੱਜ ਤੁਸੀਂ ਇਸ ਪ੍ਰਾਪਰਟੀ ਦੇ ਉੱਤੇ ਆਪਣਾ ਧਿਆਨ ਨਹੀਂ ਲਾਉਂਦੇ ਤੇ ਸਮਝ ਲਓ ਕਿ ਇਹ ਪ੍ਰਾਪਰਟੀ ਜਿਹੜੀ ਆ ਇੱਕ ਦਿਨ ਖਤਮ ਹੋਏਗੀ। ਹਾਲੇਲੂਇਆ। ਇਹ ਘਰ ਜਿਹੜਾ ਇੱਕ ਦਿਨ ਟੁੱਟ ਜਾਣਾ, ਇਸ ਘਰ ਨੇ ਢਹਿ ਜਾਣਾ, ਇੱਕ ਦਿਨ ਇਸ ਘਰ ਨੇ ਖਤਮ ਹੋ ਜਾਣਾ। ਹਾਲੇਲੂਇਆ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਰੂਹ ਉਹਨੇ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਜਾਣਾ ਵਾ, ਤੇ ਵਚਨ 'ਚ ਲਿਖਿਆ ਕਿ ਇੱਕ ਨਵਾਂ ਘਰ ਮਿਲਣਾ ਉਹਨੂੰ। ਇਹ ਸਾਡੀ ਰੂਹ ਜਿਹੜੀ ਆ, ਇਹਨੂੰ ਜਿਹੜਾ ਧਰਤੀ ਵਾਲਾ ਘਰ ਨਹੀਂ ਮਿਲਣਾ। ਅੱਜ ਇਹ ਕਿਹੜੇ ਘਰ 'ਚ ਰਹਿਣ ਡਿਆ? ਜਿਹੜਾ ਹੱਥਾਂ ਦਾ ਬਣਿਆ ਮਿੱਟੀ ਦਾ ਬੁੱਤ ਜਿਹੜਾ ਤਿਆਰ ਕੀਤਾ, ਤੇ ਉਹਦੇ ਵਿੱਚ ਇੱਕ ਰੂਹ ਵਸਣ ਡਈ ਆ, ਜਿਹੜੀ ਸਾਡਾ ਸਰੀਰ, ਪ੍ਰਾਣ ਤੇ ਆਤਮਾ। ਬਾਈਬਲ 'ਚ ਲਿਖਿਆ ਵਾ ਕਿ ਸਰੀਰ ਤੇ ਪ੍ਰਾਣ ਜਿਹੜਾ ਉਹਨੇ ਖਤਮ ਹੋ ਜਾਣਾ, ਚਾਹੇ ਉਹਨੂੰ ਤੇ ਮਿੱਟੀ 'ਚ ਦੱਬ ਦੋ, ਚਾਹੇ ਅੱਗ 'ਚ ਫੂਕ ਦੋ, ਜੋ ਪਾਣੀ 'ਚ ਰੋੜ ਦੋ, ਚਾਹੇ ਉਹਨੂੰ ਪੰਛੀ ਜਾਨਵਰ ਖਾ ਲੈਣ। ਪਰ ਜਿਹੜੀ ਆਤਮਾ ਵਚਨ 'ਚ ਲਿਖਿਆ ਇਹ ਨਹੀਂ ਮਰਦੀ। ਲਿਖਿਆ ਇਹ ਆਤਮਾ ਜਿਹੜੀ ਆ, ਇਹਨੂੰ ਇੱਕ ਸਰੀਰ ਮਿਲਣਾ ਵਾ, ਉਹ ਇਵਨਾਸੀ ਸਰੀਰ ਮਿਲਣਾ ਵਾ ਕਿ ਜਿਹਦੇ ਨਾਲ ਇਹਨੇ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਬਿਰਾਜਮਾਨ ਹੋਣਾ। ਜੇ ਤੂੰ ਚੰਗੇ ਕੰਮ ਕੀਤੇ ਆ ਤੇ ਉਹਨੇ ਪਰਮੇਸ਼ਰ ਦੇ ਰਾਜ ਦੇ ਵਿੱਚ ਭਾਗੀ ਹੋ ਜਾਣਾ, ਤੇ ਜੇ ਉਹਨੇ ਮਾੜੇ ਕੀਤੇ ਆ ਤੇ ਉਹਨੇ ਨਰਕ ਦੀ ਅੱਗ ਦੇ ਭਾਗੀ ਹੋ ਜਾਣਾ। ਹਾਲੇਲੂਇਆ। ਹਾਲੇਲੂਇਆ। ਇਹ ਪ੍ਰਭੂ ਦੇ ਲੋਕਾਂ ਵਾਸਤੇ ਖਾਸ ਕਰਕੇ ਵਚਨ ਲਿਖਿਆ ਗਿਆ ਵਾ ਕਿ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਪ੍ਰਭੂ ਨੂੰ ਮੰਨਦੇ ਆ, ਤੋਬਾ ਕੀਤੀ, ਬਪਤਿਸਮਾ ਲਿਆ, ਪਾਕ ਰੂਹ ਪਾਇਆ, ਪ੍ਰਾਰਥਨਾ ਕਰਦੇ ਆ, ਪਵਿੱਤਰਤਾਈ 'ਚ ਰਹਿੰਦੇ ਆ, ਵਚਨ ਪੜ੍ਹਦੇ ਆ, ਪਰਮੇਸ਼ਰ ਦੇ ਘਰ ਦਿੰਦੇ ਆ, ਪਰਮੇਸ਼ਰ ਦੇ ਹੁਕਮ ਵਿਧੀਆਂ ਨੂੰ ਮੰਨਦੇ ਆ, ਪਰਮੇਸ਼ਰ ਦੀ ਇੱਛਾ ਮੁਤਾਬਕ ਚੱਲਦੇ, ਚਰਚ ਜਾਂਦੇ ਆ, ਫਿਰ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ। ਜੇ ਤੁਸੀਂ ਪਾਪ ਨਹੀਂ ਕਰਦੇ ਫਿਰ ਡਰਨ ਦੀ ਲੋੜ ਨਹੀਂ।
ਫਿਰ ਤੁਸੀਂ ਜਿੱਦਣ ਇਸ ਤੰਬੂ ਜੇ ਘਰ ਜਿਹੜਾ ਇਹਨੇ ਢਹਿਣਾ ਵਾ, ਜਿੱਦਣ ਅਸੀਂ ਮਰ ਜਾਣਾ ਵਾ, ਤੇ ਸਮਝ ਲਓ ਕਿ ਸਾਡੀ ਰੂਹ ਜਿਹੜੀ ਆ ਉਹਨੂੰ ਇੱਕ ਵਿਨਾਸ਼ੀ ਸਰੀਰ ਦਿੱਤਾ ਜਾਣਾ ਤੇ ਪਰਮੇਸ਼ਰ ਦੇ ਕੋਲ ਉਹਨੇ ਪਹੁੰਚ ਜਾਣਾ। ਹਾਲੇਲੂਇਆ। ਤੇ ਜੇ ਤੇ ਅਸੀਂ ਚੰਗੇ ਕੰਮ ਕੀਤੇ ਤੇ ਫਿਰ ਤੇ ਸਾਨੂੰ ਕੋਈ ਡਰਨ ਦੀ ਲੋੜ ਨਹੀਂ, ਪਰ ਜੇ ਅਸੀਂ ਮਾੜੇ ਕੀਤੇ ਤੇ ਫਿਰ ਸਮਝ ਲਓ ਕਿ ਸਾਨੂੰ ਡਰ ਵਾ, ਕਿਉਂਕਿ ਮਾੜੇ ਕੰਮਾਂ ਦਾ ਲੇਖਾ ਸਾਨੂੰ ਦੇਣਾ ਹੀ ਪੈਣਾ, ਤੇ ਮਾੜੇ ਕੰਮਾਂ ਦਾ ਲੇਖਾ ਇਹੀ ਆ, ਪਾਪ ਦੀ ਮਜ਼ਦੂਰੀ। ਹਾਲੇਲੂਇਆ। ਲਿਖਿਆ ਅਸੀਂ ਜਾਣਦੇ ਹਾਂ ਕਿ ਜੇ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਢਹਿ ਪਏ ਤਾਂ ਪਰਮੇਸ਼ਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿੱਚ ਬਣਿਆ ਹੈ। ਕਿਉਂ ਜੋ ਇਸ ਵਿੱਚ ਤਾਂ ਅਸੀਂ ਹੌਕੇ ਭਰਦੇ ਅਤੇ ਤਰਸਦੇ ਹਾਂ ਵੀ ਆਪਣੇ ਵਸੇਰੇ ਨੂੰ ਜਿਹੜਾ ਸੁਰਗੋਂ ਉਦਾਲੇ ਲੈ ਲਈਏ, ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ ਨੰਗੇ ਨਾ ਪਾਏ ਜਾਈਏ। ਕਿਉਂ ਜੋ ਅਸੀਂ ਜਿਹੜੇ ਇਸ ਤੰਬੂ ਵਿੱਚ ਭਾਰ ਦੇ ਹੇਠ ਦੱਬੀ ਹੋਏ ਹੌਕੇ ਭਰਦੇ ਹਾਂ, ਅਸੀਂ ਇਹ ਤਾਂ ਨਹੀਂ ਚਾਹੁੰਦੇ ਭਈ ਇਸ ਨੂੰ ਲਾਹ ਸੁੱਟੀਏ, ਸਗੋਂ ਇਹ ਜੋ ਉਸ ਨੂੰ ਅਦਾਲੇ ਲੈ ਲਈਏ ਵੀ ਜਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਭਖ ਲਿਆ ਜਾਏ, ਅਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ਰ ਹੈ ਜਿਹਨੇ ਸਾਨੂੰ ਆਤਮਾ ਦੀ ਸਾਈ ਦਿੱਤੀ। ਹਾਲੇਲੂਇਆ। ਉਹਨੇ ਕਿਹਾ ਬੇਸ਼ੱਕ ਅਸੀਂ ਪ੍ਰਭੂ ਨੂੰ ਮੰਨਦੇ ਆ, ਇਸ ਧਰਤੀ ਤੇ ਰਹਿੰਦੇ ਹੋਏ ਇਹ ਜਿਹੜਾ ਤੰਬੂ ਜਿਹਾ ਘਰ ਵਾ, ਤੰਬੂ ਵਰਗਾ ਸਾਡਾ ਘਰ ਧਰਤੀ ਤੇ ਜਿਹੜਾ ਅਸੀਂ ਵਸਣ ਡੇ ਆ, ਰਹਿਣ ਡੇ ਆ, ਇਹਦੇ ਵਿੱਚ ਸਾਨੂੰ ਬੜੇ ਤਰ੍ਹਾਂ ਦੇ ਦੁੱਖਾਂ ਮੁਸੀਬਤਾਂ ਦੇ ਵਿੱਚੋਂ ਦੀ ਨਿਕਲਣਾ ਪੈਂਦਾ। ਅੰਦਰ ਸਾਡਾ ਦਿਲ ਤੇ ਕਰਦਾ ਵਾ ਕਿ ਅਸੀਂ ਇਸ ਤੰਬੂ ਵਾਲੇ ਘਰ ਚੋਂ ਨਿਕਲ ਜਾਈਏ ਤੇ ਅਸੀਂ ਉਹ ਘਰ ਦੇ ਵਿੱਚ ਸ਼ਾਮਲ ਹੋਈਏ ਜਿਹੜਾ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਵਾ। ਹਾਲੇਲੂਇਆ। ਪਰ ਇੱਥੇ ਵਸਣ ਦੇ ਲਈ, ਇਸ ਧਰਤੀ ਤੇ ਰਹਿਣ ਲਈ ਸਾਨੂੰ ਪਰਮੇਸ਼ਰ ਨੇ ਤਿਆਰ ਕੀਤਾ ਵਾ। ਚਾਹੇ ਅਸੀਂ ਦੁੱਖਾਂ 'ਚ ਮੁਸੀਬਤਾਂ 'ਚ ਹੋਈਏ ਤੇ ਉਹਦਾ ਆਤਮਾ ਕੀ ਕਰਦਾ ਵਾ? ਸਾਡੀ ਅਗਵਾਈ ਕਰਦਾ। ਚਾਹੇ ਕਿਸੇ ਮੁਸ਼ਕਲ ਵਿੱਚ ਹੋਈਏ ਤੇ ਉਹਦਾ ਆਤਮਾ ਕੀ ਕਰਦਾ ਵਾ? ਸਾਡੀ ਅਗਵਾਈ ਕਰਦਾ। ਹਾਲੇਲੂਇਆ। ਹਾਲੇਲੂਇਆ। ਲਿਖਿਆ ਸਾਡਾ ਘਰ ਪਏ ਤੰਬੂ ਜਿਹਾ ਵਾ, ਪਰ ਚਿੰਤਾ ਦੀ ਲੋੜ ਨਹੀਂ, ਇੱਕ ਦਿਨ ਪ੍ਰਭੂ ਸਾਨੂੰ ਅਬਿਨਾਸੀ ਘਰ ਦੇਗਾ ਜਿਹਦੇ ਲਈ ਅਸੀਂ ਕੋਈ ਮਿਹਨਤ ਨਹੀਂ ਕੀਤੀ। ਇਹ ਧਿਆਨ ਦੇਣ ਜੋ ਗੱਲ ਹੈ ਕਿ ਇਹ ਇੱਕ ਦਿਨ ਘਰ ਜਿਹੜਾ ਸਾਨੂੰ ਛੱਡਣਾ ਪੈਣਾ ਵਾ। ਕਈ ਵਾਰੀ ਅਸੀਂ ਸਾਰੀ ਮਿਹਨਤ ਕੀ ਕਰ ਰਹੇ ਹਾਂ? ਹਾਲੇਲੂਇਆ। ਅਸੀਂ ਅੱਜ ਕੀ ਕਰ ਰਹੇ ਹਾਂ? ਸਾਰੀ ਮਿਹਨਤ ਜਿਹੜੀ ਆ ਇਸੇ ਘਰ ਦੇ ਉੱਤੇ ਕਰੀ ਜਾਂਦੇ। ਹਾਲੇਲੂਇਆ। ਇਸ ਘਰ ਤੇ ਅਸੀਂ ਮਿਹਨਤ ਕਰੀ ਜਾਂਦੇ, ਜਿਹੜੇ ਸਾਡੇ ਦੁਨਿਆਵੀ ਘਰ ਨੇ, ਜਿਹੜੀ ਆਤਮਿਕ ਜਿਹੜਾ ਸਾਡਾ ਘਰ ਵਾ, ਜਿਹੜੀ ਸਾਡੀ ਰੂਹ, ਉਹਦੇ ਵਾਸਤੇ ਅਸੀਂ ਕੋਈ ਵੀ ਮਿਹਨਤ ਨਹੀਂ ਕਰ ਰਹੇ। ਹਾਲੇਲੂਇਆ। ਪਰ ਇੱਕ ਦਿਨ ਸਾਨੂੰ ਪਛਤਾਉਣਾ ਪਏਗਾ। ਇਸ ਧਰਤੀ ਤੇ ਜਿੱਥੇ ਅਸੀਂ ਰਹਿ ਰਹੇ ਆ, ਇਹ ਜਿਹੜਾ ਘਰ ਜਿਹੜਾ ਟੈਂਪਰੇਰੀ ਘਰ ਵਾ ਸਾਡਾ, ਜਿਹਦੇ ਵਿੱਚ ਪ੍ਰਭੂ ਦਾ ਆਤਮਾ ਵਾ ਸਾਡੇ ਅੰਦਰ ਵਿੱਚ ਕੰਮ ਕਰਦਾ ਵਾ, ਇਹ ਇੱਕ ਦਿਨ ਸਾਨੂੰ ਛੱਡਣਾ ਹੀ ਪਏਗਾ। ਇੱਕ ਦਿਨ ਛੱਡਣਾ ਪੈਣਾ ਤੇ ਇੱਕ ਦਿਨ ਸਾਨੂੰ ਪਰਮੇਸ਼ਰ ਦੇ ਕੋਲ ਜਾਣਾ ਵਾ। ਹਾਲੇਲੂਇਆ। ਨਿਆਂ ਦੇ ਲਈ, ਔਰ ਨਿਆਂ ਤੋਂ ਬਾਅਦ ਅਸੀਂ ਪਰਮੇਸ਼ਰ ਨਾਲ ਸਦਾ ਹੀ ਰਵਾਂਗੇ। ਹਾਲੇਲੂਇਆ। ਇੱਕ ਤੁਹਾਨੂੰ ਛੋਟੀ ਜੀ ਵਿੱਚ ਕਹਾਣੀ ਦਿੰਦਾ ਵਾ। ਇੱਕ ਸਰਕਾਰੀ ਮੁਲਾਜ਼ਮ ਸੀ ਤੇ ਉਹਨੇ ਜਿੱਥੇ ਨੌਕਰੀ ਕਰਦਾ ਸੀ ਉੱਥੇ ਇੱਕ ਸਰਕਾਰੀ ਘਰ ਉਹਨੂੰ ਮਿਲਿਆ। ਤੁਸੀਂ ਜਾਣਦੇ ਜਿਹੜਾ ਸਰਕਾਰੀ ਘਰ ਮਿਲਦਾ ਸਰਕਾਰੀ ਮੁਲਾਜ਼ਮ ਨੂੰ, ਉਹ ਪੱਕੇ ਤੌਰ ਤੇ ਹਮੇਸ਼ਾ ਲਈ ਉਹਦਾ ਨਹੀਂ ਹੁੰਦਾ। ਉਹ ਉਨੇ ਚਿਰ ਲਈ ਉਹਦਾ ਘਰ ਹੁੰਦਾ ਵਾ ਜਿੰਨਾ ਚਿਰ ਉਹਨੇ ਨੌਕਰੀ ਕਰਨੀ ਹੈ। ਜਦੋਂ ਰਿਟਾਇਰ ਹੋਣਾ ਵਾ ਨਾਲ ਹੀ ਉਹਨੂੰ ਘਰ ਛੱਡ ਕੇ ਤੇ ਉੱਥੋਂ ਜਾਣਾ ਪਏਗਾ। ਬਸ ਉਸ ਬੰਦੇ ਨੇ ਕੀ ਕੀਤਾ, ਉਹ ਜਦੋਂ ਨੌਕਰੀ ਤੇ ਸ਼ੁਰੂਆਤ ਹੋਈ ਉਹਨੇ ਇੱਕ ਘਰ ਮਿਲ ਗਿਆ। ਉਹਨੇ ਤਨਖਾਹ ਲੈਣੀ ਤੇ ਘਰ ਤੇ ਲਾਈ ਜਾਣੀ, ਤਨਖਾਹ ਲੈਣੀ ਤੇ ਘਰ ਤੇ ਉਹ ਹਰ ਸਾਲ ਲਾਉਂਦਾ ਗਿਆ। ਬਹੁਤ ਹੀ ਜ਼ਿਆਦਾ ਪੈਸਾ ਉਹਨੇ ਘਰ ਤੇ ਖਰਚ ਕਰ ਦਿੱਤਾ। ਪਰ ਉਹਨੇ ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਦਿੱਤਾ ਕਿ ਇਹ ਘਰ ਜਿਹੜਾ ਵਾ ਸਿਰਫ ਮੇਰੇ ਕੋਲ ਟੈਂਪਰੇਰੀ ਆ, ਥੋੜੇ ਸਮੇਂ ਲਈ ਆ। ਜਿੱਦਣ ਮੇਰੀ ਨੌਕਰੀ ਖਤਮ ਹੋ ਗਈ ਤੇ ਘਰ ਵੀ ਨਾਲ ਹੀ ਉਹਨਾਂ ਨੇ, ਸਰਕਾਰ ਨੇ ਮੇਰੇ ਕੋਲੋਂ ਲੈ ਲੈਣਾ, ਤੇ ਮੇਰਾ ਜਿਹੜਾ ਲਾਇਆ ਜੋ ਵੀ ਕੀਤਾ ਮੈਂ ਖਰਚੇ ਦਾ, ਮੈਨੂੰ ਕੁਝ ਵੀ ਬੈਨੀਫਿਟ ਨਹੀਂ, ਕੁਝ ਨਹੀਂ ਮਿਲਣਾ। ਉਹਨੇ ਇਹ ਚੀਜ਼ਾਂ ਨਾ ਸੋਚਦੇ ਇਹਦੇ ਲਾਈ ਗਿਆ। ਲਾਸਟ ਵਿੱਚ ਕੀ ਹੋਇਆ? ਜਦੋਂ ਉਹਦੀ ਨੌਕਰੀ ਪੂਰੀ ਹੋ ਗਈ, ਜਦੋਂ ਨੌਕਰੀ ਤੋਂ ਰਿਟਾਇਰ ਹੋ ਗਿਆ, ਤੇ ਉਸ ਤੋਂ ਬਾਅਦ ਉਹਨੂੰ ਸਰਕਾਰ ਦਾ ਆਰਡਰ ਆ ਵੀ ਹੁਣ ਘਰ ਖੁੱਲਾ ਛੱਡ ਤੇ ਤੂੰ ਆਪਣੇ ਘਰ ਚੱਲ, ਤੇਰੀ ਨੌਕਰੀ ਖਤਮ ਹੋ ਗਈ। ਤੇ ਜਦੋਂ ਉਹਨੂੰ ਕਿਹਾ ਗਿਆ ਵੀ ਇਸ ਘਰ ਦੇ ਵਿੱਚ ਨਿਕਲ ਜਾ, ਕਿਉਂਕਿ ਇਹ ਘਰ ਓਨਾ ਚਿਰ ਹੀ ਤੇਰੇ ਕੋਲ ਹੀ ਜਿੰਨਾ ਚਿਰ ਤੇਰੀ ਨੌਕਰੀ, ਇਹ ਤੇਰਾ ਘਰ ਅਸਲੀ ਨਹੀਂ ਆ।
ਉਸ ਸਮੇਂ ਉਹ ਬੰਦਾ ਬੜਾ ਰੋਇਆ, ਪਛਤਾਇਆ। ਉਹਨੇ ਕਿਹਾ ਮੈਂ ਤੇ ਸਾਰੀ ਜ਼ਿੰਦਗੀ ਦੀ ਕਮਾਈ ਕੀ ਕਰ ਦਿੱਤਾ ਵਾ, ਇਸੇ ਘਰ ਦੇ ਉੱਤੇ ਹੀ ਲਾ ਦਿੱਤੀ। ਹਾਲੇਲੂਇਆ। ਅੱਜ ਬਹੁਤ ਸਾਰੇ ਘਰ ਲੋਕ ਕੀ ਕਰ ਰਹੇ ਆ, ਉਹ ਸਿਰਫ ਦੁਨਿਆਵੀ ਘਰ ਦੇ ਬਾਰੇ ਸੋਚਦੇ ਆ, ਆਪਣੀ ਆਤਮਿਕ ਜ਼ਿੰਦਗੀ ਬਾਰੇ ਕੁਝ ਵੀ ਸੋਚਦੇ ਨਹੀਂ। ਹਾਲੇਲੂਇਆ। ਮੈਂ ਇਹ ਨਹੀਂ ਕਹਿੰਦਾ ਆਪਣੀ ਸਿਹਤ ਨਾ ਬਣਾਓ, ਆਪਣੇ ਸਰੀਰ ਨੂੰ ਨਾ ਬਣਾਓ। ਆਪਣੇ ਸਰੀਰ ਨੂੰ ਕਮਾਉਣਾ ਕੋਈ ਬੁਰੀ ਗੱਲ ਨਹੀਂ, ਆਪਣੀ ਸਿਹਤ ਨੂੰ ਬਣਾਉਣਾ ਕੋਈ ਬੁਰੀ ਗੱਲ ਨਹੀਂ। ਪਰਮੇਸ਼ਰ ਦਾ ਮੰਦਿਰ ਆ, ਪਰਮੇਸ਼ਰ ਦਾ ਘਰ ਵਾ। ਤੁਸੀਂ ਵਧੀਆ ਜਿਹੜੀ ਆ ਉਹ ਖੁਰਾਕ ਲੈ ਸਕਦੇ ਆ, ਵਧੀਆ ਚੀਜ਼ਾਂ ਖਾ ਸਕਦੇ ਆ ਜਿਹੜੀ ਤੁਹਾਡੀ ਸਿਹਤ ਨੂੰ ਕਾਇਮ ਰੱਖਣ। ਪਰ ਨਾਲ ਨਾਲ ਤੁਹਾਨੂੰ ਇਹ ਵੀ ਧਿਆਨ ਦੇਣਾ ਪਏਗਾ ਕਿ ਮੈਂ ਸਰੀਰ ਦਾ ਗੁਲਾਮ ਨਾ ਬਣ ਜਾ, ਕਿ ਮੈਂ ਇਸ ਸਰੀਰ ਦੇ ਆਖੇ ਲਾ ਕੇ ਤੇ ਹਰਾਮਕਾਰੀ 'ਚ, ਬੁਰੇ ਕੰਮਾਂ 'ਚ ਪੈ ਜਾ, ਜਾਂ ਮੇਰੇ ਕੋਲ ਬਲ ਹੋਏ ਤੇ ਮੈਂ ਘਮੰਡ ਕਰਾਂ, ਮੇਰੇ 'ਚ ਸ਼ਕਤੀ ਹੋਏ ਤੇ ਮੈਂ ਲੋਕਾਂ ਨੂੰ, ਕਮਜ਼ੋਰ ਲੋਕਾਂ ਦੇ ਨਾਲ ਲੜਾਈ ਝਗੜੇ ਕਰਾਂ, ਉਹਨਾਂ ਦਾ ਬੁਰਾ ਕਰਾਂ। ਨਹੀਂ, ਹਰ ਚੀਜ਼ ਨੂੰ ਤੁਹਾਨੂੰ ਕੰਟਰੋਲ ਵਿੱਚ ਰੱਖਣਾ ਪਏਗਾ। ਸਰੀਰ ਨੂੰ ਠੀਕ ਵੀ ਰੱਖਣਾ ਵਾ ਤੇ ਨਾਲ ਨਾਲ ਸਰੀਰ ਤੇ ਧਿਆਨ ਵੀ ਦੇਣਾ ਵਾ, ਕਿਉਂਕਿ ਜਦੋਂ ਸਾਡਾ ਸਰੀਰ ਕਾਇਮ ਹੁੰਦਾ ਵਾ ਤੇ ਸਾਡਾ ਸਰੀਰ ਬਹੁਤ ਸਾਰੀਆਂ ਦੁਨਿਆਵੀ ਚੀਜ਼ਾਂ ਦੀ ਬਲਾਸਾ ਵੀ ਕਰਦਾ। ਇਹਨੂੰ ਬਲਾਸਾਵਾਂ ਤੋਂ ਵੀ ਬਚਾ ਕੇ ਰੱਖਣਾ ਵਾ, ਆਪਣੇ ਪ੍ਰਾਣ ਨੂੰ ਵੀ ਬਚਾ ਕੇ ਰੱਖਣਾ ਤੇ ਆਪਣੀ ਰੂਹ ਨੂੰ ਵੀ ਬਚਾਉਣਾ। ਹਾਲੇਲੂਇਆ। ਕਿਉਂਕਿ ਜੇ ਸਰੀਰ ਪਾਪ ਕਰੇਗਾ ਤੇ ਤੁਹਾਨੂੰ ਪਤਾ ਫਿਰ ਆਤਮਾ ਜਿਹੜੀ ਹੈ ਤੁਹਾਡੇ ਅੰਦਰ ਰੂਹ ਆ, ਉਹਨੂੰ ਵੀ ਭ੍ਰਿਸ਼ਟ ਕਰੇਗਾ। ਸ਼ੈਤਾਨ ਤਿੰਨਾਂ ਚੀਜ਼ਾਂ ਦੇ ਹਮੇਸ਼ਾ ਅਟੈਕ ਕਰਦਾ ਵਾ, ਉਹ ਸਰੀਰ ਤੇ ਵੀ ਅਟੈਕ ਕਰਦਾ, ਪ੍ਰਾਣ ਤੇ ਵੀ ਤੇ ਆਤਮਾ ਤੇ ਵੀ ਅਟੈਕ ਕਰਦਾ। ਸਭ ਤੋਂ ਪਹਿਲਾਂ ਉਹਨੇ ਤੁਹਾਨੂੰ ਸਰੀਰ ਦੇ ਦੁਆਰਾ ਕੀ ਕਰਨਾ ਵਾ, ਕਾਬੂ ਕਰ ਲੈਣਾ। ਹੌਲੀ ਹੌਲੀ ਸਰੀਰ ਤੇ, ਫਿਰ ਪ੍ਰਾਣ ਤੇ, ਫਿਰ ਆਤਮਾ ਤੇ ਵੀ ਉਹ ਕਬਜ਼ਾ ਕਰ ਲੈਂਦਾ, ਫਿਰ ਬੰਦੇ ਨੂੰ ਗੁਲਾਮ ਕਰ ਲੈਂਦਾ। ਫਿਰ ਜਿੱਧਰ ਨੂੰ ਤੋਰਦਾ ਵਾ ਬੰਦੇ ਨੂੰ ਤਾਂ ਉਧਰ ਨੂੰ ਹੀ ਉਹ ਤੁਰਦਾ। ਜਦੋਂ ਬੰਦਾ ਨਸ਼ਾ ਸ਼ੁਰੂ ਕਰਦਾ, ਪਹਿਲਾਂ ਉਹਨੂੰ ਥੋੜੀ ਜਿਹੀ ਸ਼ਰਾਬ ਦਿੰਦੇ ਆ, ਤੋ ਪੀ ਕੇ ਬੜਾ ਖੁਸ਼ ਹੁੰਦਾ, ਲੈ ਯਾਰ ਮੈਨੂੰ ਤਾਂ ਕੁਝ ਨਹੀਂ ਹੈ, ਪਰ ਯਾਰ ਮੈਨੂੰ ਵਧੀਆ ਬਹੁਤ ਲੱਗਾ। ਫਿਰ ਅਗਲੇ ਦਿਨ ਫ੍ਰੀ ਵਾਲੇ ਨੂੰ ਥੋੜੀ ਜਿਹੀ ਹੋਰ ਦੇ ਦਿੰਦੇ ਆ, ਫਿਰ ਹੌਲੀ ਹੌਲੀ ਅਗਲੇ ਦਿਨ ਉਹਨੂੰ ਹੋਰ ਦੇ ਦਿੰਦੇ ਆ। ਉਹ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਜਾਂਦਾ। ਪਹਿਲਾਂ ਫ੍ਰੀ ਪੀਣਾ ਗਿੱਝਦਾ ਵਾ, ਮੁੜ ਕੇ ਉਹ ਮੁੱਲ ਲਿਆਉਣਾ ਸ਼ੁਰੂ ਕਰ ਦਿੰਦਾ। ਫਿਰ ਪਹਿਲਾਂ ਆਪ ਫ੍ਰੀ ਪੀਤੀ, ਹੁਣ ਲੋਕਾਂ ਨੂੰ ਵੀ ਪਿਆਉਂਦਾ। ਇਸੇ ਤਰ੍ਹਾਂ ਸ਼ੈਤਾਨ ਕੀ ਕਰਦਾ, ਸਾਡੀ ਰੂਹ ਤੇ, ਸਭ ਤੋਂ ਪਹਿਲਾਂ ਸਰੀਰ ਤੇ, ਪ੍ਰਾਣ ਤੇ ਆਤਮਾ ਤੇ ਕਬਜ਼ਾ ਕਰਕੇ ਤੇ ਉਹਨੂੰ ਗੁਲਾਮ ਕਰ ਲੈਂਦਾ। ਫਿਰ ਕੀ ਕਰਦਾ, ਉਹਨੂੰ ਆਪਣੀ ਇੱਛਾ ਦੇ ਅਨੁਸਾਰ ਚਲਾਉਣਾ ਸ਼ੁਰੂ ਕਰਦਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਤੁਸੀਂ ਆਪਣੀ ਸਰੀਰ ਦੇ ਗੁਲਾਮ ਨਾ ਬਣੋ, ਉਹਨਾਂ ਭੋਜਨਾਂ ਦੇ ਗੁਲਾਮ ਨਾ ਬਣੋ। ਕਈ ਵਾਰੀ ਅਸੀਂ ਕਈ ਚੀਜ਼ਾਂ ਦੇ ਗੁਲਾਮ ਬਣ ਜਾਂਦੇ, ਕਹਿੰਦੇ ਕਿ ਇਸ ਚੀਜ਼ ਤੋਂ ਬਿਨਾਂ ਮੈਂ ਬਚਣਾ ਹੀ ਨਹੀਂ ਹੈਗਾ। ਹਾਲੇਲੂਇਆ। ਪਰ ਬਾਈਬਲ 'ਚ ਲਿਖਿਆ ਵਾ ਕਿ ਅਸੀਂ ਇਹੀ ਗੱਲਾਂ ਸਿੱਖ ਰਹੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਨਹੀਂ ਬਣਨਾ, ਅਸੀਂ ਪਰਮੇਸ਼ਰ ਦੇ ਵਚਨ ਨੂੰ ਮੰਨਣਾ। ਕਿਉਂਕਿ ਇਹ ਘਰ ਸਾਡਾ ਸਦਾ ਦਾ ਨਹੀਂ ਆ, ਪੱਕਾ ਘਰ ਨਹੀਂ ਹੈ ਜਿਹਦੇ ਲਈ ਤੁਸੀਂ ਮਿਹਨਤ ਕਰਦੇ। ਇੱਕ ਨਾ ਇੱਕ ਦਿਨ ਤੁਹਾਨੂੰ ਕੀ ਕਰਨਾ ਪਏਗਾ, ਛੱਡਣਾ ਹੀ। ਚਾਹੇ ਤੁਸੀਂ 50 ਸਾਲ ਦੇ ਹੋ ਕੇ ਚੱਲ ਜਾਓ, ਚਾਹੇ 80 ਸਾਲ ਦੇ, ਚਾਹੇ 100 ਸਾਲ ਦੇ, ਤੁਸੀਂ ਪੱਕੇ ਤੇ ਇਸ ਘਰ ਵਿੱਚ ਨਹੀਂ ਰਹਿਣਾ। ਹਾਲੇਲੂਇਆ। ਜੇ ਸਾਡਾ ਦੁਨਿਆਵੀ ਘਰ ਵਾ, ਜਿਹੜਾ ਤੁਸੀਂ ਕਰੋੜਾਂ ਅਰਬਾਂ ਖਰਬਾਂ ਲਾ ਕੇ ਤਿਆਰ ਕੀਤਾ, ਉਸ ਘਰ ਵਿੱਚ ਵੀ ਤੁਸੀਂ ਸਦਾ ਨਹੀਂ ਰਹਿਣਾ। ਵਚਨ 'ਚ ਲਿਖਿਆ ਇੱਕ ਪੀੜ੍ਹੀ ਆਉਂਦੀ ਤੇ ਇੱਕ ਚਲੀ ਜਾਂਦੀ, ਧਰਤੀ ਤੇ ਅਟਲ ਰਹਿੰਦੀ ਆ। ਇਹ ਜਿਹੜੀਆਂ ਜਾਇਦਾਦਾਂ, ਪ੍ਰਾਪਰਟੀਆਂ, ਪਲਾਟ, ਕੋਠੀਆਂ, ਜਿਨ੍ਹਾਂ ਤੋਂ ਅਸੀਂ ਲੜ ਮਰਦੇ ਆ, ਕੋਰਟ ਕਚਹਿਰੀਆਂ 'ਚ ਜਾ ਰਹੇ ਆ, ਇਹ ਚੀਜ਼ਾਂ ਪੱਕੇ ਤੌਰ ਤੇ ਸਾਡੀਆਂ ਨਹੀਂ ਆ। ਇਹ ਅੱਜ ਧਰਤੀ ਮੇਰੀ ਆ, ਕੱਲ ਕਿਸੇ ਹੋਰ ਦੀ ਆ। ਪਰ ਸਭ ਤੋਂ ਜ਼ਿਆਦਾ ਧਿਆਨ ਦੇਣਾ ਸਾਨੂੰ ਆਪਣੀ ਰੂਹ ਤੇ ਚਾਹੀਦਾ, ਕਿ ਮੇਰੀ ਰੂਹ ਜਿਹੜੀ ਪਰਮੇਸ਼ਰ ਦੇ ਰਾਜ ਦੀ ਭਾਗੀ ਹੋਵੇ। ਹਾਲੇਲੂਇਆ। ਇਸ ਕਰਕੇ ਲਿਖਿਆ ਕਿ ਘਰ ਇੱਕ ਦਿਨ ਢਹਿ ਜਾਣਾ ਵਾ, ਪਰ ਜੇ ਦੀ ਰੱਬ ਨੂੰ ਮੰਨਦੇ ਆ, ਤੁਹਾਨੂੰ ਇੱਕ ਵਿਨਾਸ਼ੀ ਘਰ ਮਿਲੇਗਾ ਜਿਹਦੇ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਔਰ ਇੱਕ ਦਿਨ ਤੁਸੀਂ ਪਰਮੇਸ਼ਰ ਦੇ ਰਾਜ ਦੇ ਭਾਗੀ ਹੋ ਜਾਓ। ਹਾਲੇਲੂਇਆ। ਇਸ ਕਰਕੇ ਆਪਣੀ ਹਰ ਇੱਕ ਗਲਤੀ, ਗੁਨਾਹ, ਪਾਪਾਂ ਨੂੰ ਛੱਡ ਕੇ ਆਤਮਿਕ ਘਰ ਦੀ ਜਿਹੜੀ ਅਸਾਰੀ ਉਹਦੇ ਲਈ ਤਿਆਰੀ ਕਰੋ। ਕਿਉਂਕਿ ਬਾਈਬਲ 'ਚ ਲਿਖਿਆ, ਉਹਨੇ ਦੱਸਿਆ ਯਹੂਨਾ 14 ਅਧਿਆਏ 'ਚ, ਯਿਸੂ ਨੇ ਕਿਹਾ ਕਿ ਮੈਂ ਵੀ ਚੱਲਣਾ ਵਾ ਤੇ ਤੁਹਾਡੇ ਲਈ ਜਾ ਕੇ ਜਗ੍ਹਾ, ਤੇ ਜਿੱਥੇ ਮੈਂ ਹੋਵਾਂਗਾ ਤੁਸੀਂ ਵੀ ਹੋਗੇ। ਇਹਦਾ ਮਤਲਬ ਇਹ ਕਿ ਕੋਈ ਜਗ੍ਹਾ ਹੈ ਵਾ ਜਿੱਥੇ ਅਸੀਂ ਜਾਣਾ ਵਾ। ਹਾਲੇਲੂਇਆ। ਇਸ ਕਰਕੇ ਇਹ ਧਰਤੀ ਤੇ ਅਸੀਂ ਪੱਕੇ ਬੈਠੇ ਨਹੀਂ ਰਹਿਣਾ। ਇੱਥੇ ਦੇ ਸਰੀਰ ਤੇ ਪ੍ਰਾਣ ਜਿਹੜਾ ਉਹਨੇ ਖਤਮ ਹੋ ਜਾਣਾ, ਤੇ ਤੁਹਾਡੀ ਰੂਹ ਜਿਹੜੀ ਆ, ਜਾਂ ਤਾਂ ਉਹਨੇ ਨਰਕ ਦੀ ਭਾਗੀ ਤੇ ਜਾਂ ਸਵਰਗ ਦੀ ਬਣਨਾ। ਜੇ ਤੁਸੀਂ ਚੰਗੇ ਕੰਮ ਕਰਦੇ ਆ, ਪ੍ਰਭੂ ਦੇ ਵਚਨ ਨੂੰ ਮੰਨਿਆ ਹੈ, ਤੋਬਾ ਕੀਤੀ, ਬਪਤਿਸਮਾ ਲਿਆ, ਪਾਕ ਰੂਹ ਪਾਇਆ, ਪਰਮੇਸ਼ਰ ਦੇ ਹੁਕਮ, ਵਿਧੀਆਂ, ਵਚਨ ਮੰਨੇ ਆ, ਫਿਰ ਤੁਸੀਂ ਸਵਰਗ ਦੇ ਰਾਜ ਦੇ ਭਾਗੀ ਹੋਵੋਗੇ। ਜੇ ਤੁਸੀਂ ਵਚਨ ਨਹੀਂ ਮੰਨਦੇ ਤੇ ਫਿਰ ਤੁਸੀਂ ਸਵਰਗ ਦੇ ਭਾਗੀ ਕਦੀ ਵੀ ਨਹੀਂ ਹੋ ਸਕਦੇ। ਔਰ ਬਾਈਬਲ 'ਚ ਇਹ ਵੀ ਲਿਖਿਆ ਕਿ ਆਕਾਸ਼ ਦੇ ਹੇਠਾਂ, ਧਰਤੀ ਦੇ ਉੱਤੇ ਕੋਈ ਹੋਰ ਦੂਸਰਾ ਨਾਮ ਵੀ ਨਹੀਂ ਆ
ਕਿ ਜਿਹੜਾ ਸਾਨੂੰ ਕੀ ਕਰੇ, ਮੁਕਤੀ ਦੇ ਸਕੇ ਜਾਂ ਛੁਟਕਾਰਾ ਦੇ ਸਕੇ। ਕੇਵਲ ਇੱਕ ਹੀ ਨਾਮ, ਉਹਦਾ ਨਾਮ ਯਿਸੂ ਹੈ। ਇਸ ਕਰਕੇ ਸਾਨੂੰ ਆਪਣਾ ਜੀਵਨ ਆਪਣੇ ਪ੍ਰਭੂ ਨੂੰ ਦੇਣਾ ਬਹੁਤ ਹੀ ਜ਼ਰੂਰੀ ਹੈ। ਪਰਮੇਸ਼ਰ ਤੁਹਾਨੂੰ ਆਸੀਸ ਔਰ ਬਰਕਤ ਦੇ, ਕਿਉਂਕਿ ਇਹ ਘਰ ਇੱਕ ਦਿਨ ਢਹਿਣਾ ਵਾ ਤੇ ਨਵਾਂ ਘਰ ਸਾਨੂੰ ਮਿਲਣਾ। ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਨੂੰ ਆਸੀਸ ਦੇ। ਸਭ ਨੂੰ ਜੈ ਮਸੀਹ ਦੀ।